देश दुनिया च वसते पंजाबियों को खुशामदीद। मैं हरजिंदर सिंह रंधावा, तुसीं देख रहे हो पंजाब टैलीविजन और मेरे नाल ने सरदार नरिंदरपाल सिंह। सरदार साहब, असीं तीन अहम मुद्दों ते गल करनी है। सब तो पहला मुद्दा ये कि श्री अकाल तख्त साहब के जथेदार वालों जो कहा गया ਉਹਦੇ ਉੱਤੇ देश व्यापी बहस चल रही है। बिल्कुल ठीक। दूजा एक सवाल खड़ा किया जा रहा मीडिया दे विच कि ये लफज ये बोल अकाल तख्त साहब के जथेदार दे ने जां किधरों होर आ रहे। बिल्कुल। दूजा सवाल यह है कि सरगर्मी शुरू हुई सियासी, अकाली दल अपनी कोर कमेटी अनाउंस कर दिंदा है, यूथ विंग का प्रधान अनाउंस कर दिंदा और बाकी जिन्ने विंग है उन्होंने भी जिन्ना मेन विंग जिहड़े उन्हां दे विंग जिहड़ा इस्त्री विंग है ਉਹਦੇ ਐਲਾਨ ਕਰ ਦਿੱਤੇ ਜਾਂਦੇ ਪ੍ਰਧਾਨ। ਇਹ ਵੱਡਾ ਸਵਾਲ ਹੈ, ਲੇਕਿਨ ਇਸ ਤੋਂ ਵੀ ਵੱਡਾ ਸਵਾਲ ਇਹ ਹੈ ਕਿ ਜੇ ਕੋਰ ਕਮੇਟੀ ਤੁਸੀਂ ਅੱਜ ਅਨਾਉਂਸ ਕਰ ਰਹੇ ਹੋ ਜੀ ਤੇ ਜਿਹੜੀ ਪਹਿਲਾਂ ਕੋਰ ਕਮੇਟੀ ਢੀਂਡਸਿਆਂ ਨੂੰ ਕੱਢਣ ਦਾ ਫੈਸਲਾ ਲੈਂਦੀ ਹੈ ਤੇ ਹੋਰ ਅਹਿਮ ਫੈਸਲੇ ਲੈਂਦੀ ਹੈ, ਉਹ ਕਦੋਂ ਬਣੀ ਸੀ? ਉਹ ਕੋਰ ਕਮੇਟੀ ਕਿਹੜੀ ਸੀ? ਉਹ ਕਿਹੜੀ ਕੋਰ ਕਮੇਟੀ ਸੀ, ਕਦੋਂ ਬਣੀ ਸੀ? ਕਿਉਂਕਿ ਅਸੀਂ ਬਾਰ-ਬਾਰ ਸਵਾਲ ਚੱਕਦੇ ਰਹੇ ਹਾਂ ਕਿ ਜਦੋਂ ਤੁਸੀਂ ਨਵੀਂ ਭਰਤੀ ਕਰਦੇ ਹੋ ਢਾਂਚਾ ਭੰਗ ਹੋ ਜਾਂਦਾ, ਪ੍ਰਧਾਨ ਦੀ ਚੋਣ ਹੋ ਜਾਂਦੀ ਹੈ, ਹੋਰ ਕੋਈ ਅਨਾਉਂਸਮੈਂਟ ਨਹੀਂ ਹੁੰਦੀ ਤੇ ਪ੍ਰਧਾਨ ਦੀ ਚੋਣ ਤੋਂ ਬਾਅਦ ਜਿਹੜੀ ਕੋਰ ਕਮੇਟੀ ਕਾਰਾਮਦ ਸੀ, ਕੰਮ ਕਰ ਰਹੀ ਸੀ, ਕਾਰਜਸ਼ੀਲ ਸੀ, ਉਹ ਕਿਹੜੀ ਸੀ? ਤੇ ਇਹ ਫਿਰ ਕੀ ਬੱਚਿਆਂ ਦੀ ਖੇਡ ਆ ਕਿ ਇਹ ਸਿਸਟਮ ਕਿਸੇ ਸਿਸਟਮ 'ਚ ਹੈ ਜਾਂ ਇਹ ਘਰੋਂ ਕੱਢਿਆ ਹੋਇਆ ਸਾਰਾ ਮਸਲਾ ਹੈ ਕਿ ਜਦੋਂ ਮਰਜ਼ੀ ਜੋ ਮਰਜ਼ੀ ਕਰ ਲਓ? ਤੀਜਾ ਸਵਾਲ ਸਭ ਤੋਂ ਹੈ ਕਿ ਜਦੋਂ ਅਕਾਲੀ ਦਲ ਬਾਦਲ ਵੱਲੋਂ ਇਹ ਸਾਰੀ ਸਰਗਰਮੀ ਕੀਤੀ ਜਾ ਰਹੀ ਹੈ ਤੇ ਪੁਖਤਾ ਖਬਰ ਇਹ ਆ ਕਿ ਸੁਖਦੇਵ ਸਿੰਘ ਢੀਂਡਸਾ, ਸਰਦਾਰ ਰਵਿੰਦਰ ਸਿੰਘ और उन्होंने जिहड़े बाकी नाल लगते लोग है उन्होंने वालों पिछले 3 दिन तो मीटिंग्स का सिलसिला जोरदार तरीके नाल शुरू किया गया और सरगर्मी उस हद तक विढ़ण दा। और एक होर सवाल सीगा कि जदों श्री अकाल तख्त साहब के जथेदार कौम नूं एकमुठ होण दी अपील करते हैं तो तुसीं एक पिछे गल कीती सी कि 6 तरीक जथेदार साहब का भाषण उड़ीकना पऊगा कि ये जिहड़े असीं सवाल कर रहे सीगे पंथक जथेबंदियां वाले, पंथक एकता वाले, बिल्कुल ये किते उत्थों तां नहीं आ रहे। सो ये बहुत सारे सवाल जिहड़े उन्हां नूं असीं एड्रैस करांगे। दोस्तों, सचमुच ये चिंता का विषय है कि जथेदार श्री अकाल तख्त साहब वालों कही गई कोई गल एडे वड्डे पद्धर दे उत्ते डिबेट च आ जाए, पहली बार सह सुभा कीती गल और जो धरातल ते नज़र आ रहा वो इंज लगता है कि किसी जर्नलिस्ट वालों ये सवाल जथेदार अकाल तख्त साहब के मुँह च पाया गया, इंज लगता है ओपरी नज़रे, इंज लगता है ओपरी नज़रे सिर्फ इदां ही लगदा। लेकिन जेड़े अंदर दियां त्यां फरोलदे आ वो इहनूं ओपरी नज़र नाल नहीं वेखदे। वो कहंदे जे सवाल कीता सी ते अखां मिटणियां सारे ही जाणदे हुंदे। बिल्कुल। फिर इहनूं आंसर करन दी काल की सी? ਇਹਦੇ ਤੋਂ ਪਹਿਲਾਂ ਜਦੋਂ ਵੀ ਕਦੇ ਸਵਾਲ ਹੋਇਆ ਜਥੇਦਾਰਾਂ ਨੂੰ ਕਿ ਅੰਦਰ ਕੰਪਲੈਕਸ ਦੇ ਵਿੱਚ ਖਾਲਿਸਤਾਨ ਦੇ ਨਾਰੇ ਲੱਗੇ ਤੇ ਜਥੇਦਾਰ ਕਹਿੰਦੇ ਸੀ ਵੀ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਲਾਏ ਨੇ, ਜੀ ਅਸੀਂ ਨਹੀਂ ਲਾਏ। ਗਿਆਨੀ ਗੁਰਬਚਨ ਸਿੰਘ ਹਰ ਵਾਰ ਇਹ ਸਵਾਲ ਦਾ ਜਵਾਬ ਦਿੰਦੇ ਸੀ ਕਿ ਉਹਨਾਂ ਨੂੰ ਪੁੱਛੋ ਜਿਨ੍ਹਾਂ ਨੇ ਲਾਏ ਨੇ, ਸਾਨੂੰ ਤਾਂ ਕੋਈ ਪਤਾ ਨਹੀਂ, ਅਸੀਂ ਤਾਂ ਲਾਏ ਨਹੀਂ। ਇਹ ਸਾਰੇ ਘਟਨਾਕ੍ਰਮ ਨੂੰ ਸਰਦਾਰ ਸਾਹਿਬ ਤੋਂ ਲੈਣੇ, ਇਹਨਾਂ ਕੋਲ ਇੱਕ ਜਾਣਕਾਰੀ ਹੈ, ਇਹਦੇ ਬਾਰੇ ਗੱਲ ਕਰਦੇ ਹਾਂ। ਲੇਕਿਨ ਇਸ ਤੋਂ ਪਹਿਲਾਂ ਇੱਕ ਹੋਰ ਵੱਡਾ ਸਵਾਲ ਖੜਾ ਹੋ ਜਾਂਦਾ ਦੋਸਤੋ, ਕੀ ਸਾਡੇ ਏਡੇ ਵੱਡੇ ਤਖਤ ਦੇ ਜਥੇਦਾਰ ਨੂੰ ਪ੍ਰੈਸ ਕਾਨਫਰੰਸ ਕਰਨੀਆਂ ਚਾਹੀਦੀਆਂ ਕਿ ਨਹੀਂ? ਜ਼ਰੂਰੀ ਤਾਂ ਨਹੀਂ ਕਿ ਸਾਡਾ ਜਥੇਦਾਰ ਅਕਾਲ ਤਖਤ ਹਰ ਵਾਰੀ ਪ੍ਰੈਸ ਕਾਨਫਰੰਸ ਕਰੇ, ਬਿਲਕੁਲ ਮੀਡੀਆ ਇੰਟਰੈਕਸ਼ਨ ਕਰੇ, ਮੀਡੀਆ ਟ੍ਰਾਇਲ ਹੋਵੇ। ਜਥੇਦਾਰ ਨੂੰ ਇੱਕ ਵਿਆਪਕ ਦੂਰੀ ਬਣਾ ਕੇ ਰੱਖਣੀ ਚਾਹੀਦੀ ਕਿ ਨਹੀਂ? ਇਹ ਵੀ ਡਿਬੇਟ 'ਚ ਆਉਣਾ ਚਾਹੀਦਾ। ਔਰ ਕੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਕੋਈ ਸਪੋਕਸਪਰਸਨ ਨਹੀਂ ਹੋ ਸਕਦਾ? ਤੁਹਾਨੂੰ ਕਿਸੇ ਕੰਟਰੋਵਰਸੀ ਦੇ ਵਿੱਚ ਆਉਣ ਨਾਲ ਪੂਰੀ ਕੌਮ ਸ਼ੱਕ ਦੇ ਘੇਰੇ 'ਚ ਆਵੇ। ਠੀਕ ਹੈ, ਤੁਸੀਂ ਜਿਹੜਾ ਸਵਾਲ ਕਰ ਰਹੇ ਹੋ ਕਿ ਹਾਂ ਕੌਮੀ ਘਰ ਦੀਆਂ ਗੱਲਾਂ ਹੁੰਦੀਆਂ ਨੇ, ਸਾਰੀਆਂ ਚੀਜ਼ਾਂ ਨੇ, ਤੁਸੀਂ ਕਰਦੇ ਹੋ, ਤੁਸੀਂ ਰਹਿਬਰ ਹੋ, ਤੁਸੀਂ ਰਾਹ ਦਸੇਰਾ ਹੋ, ਤੁਹਾਡੇ ਕੋਲ ਅਹੁਦਾ ਹੈ, ਤੁਸੀਂ ਕਰ ਸਕਦੇ ਹੋ, ਲੇਕਿਨ ਤੁਸੀਂ ਖੁਦ ਨਹੀਂ ਨਾ ਕਰਦੇ ਪਏ। ਗੱਲ ਤੇ ਇਹ ਹੈ ਕਿ ਤੁਸੀਂ ਤੇ ਕਦੀ ਇਸ ਮੁੱਦੇ ਤੇ ਬੋਲੇ ਹੀ ਨਹੀਂ। ਜੀ, ਤੁਸੀਂ ਤੇ ਕਦੀ ਇਸ ਮੁੱਦੇ ਤੇ ਬੋਲੇ ਹੀ ਨਹੀਂ, ਜਿਸ ਮੁੱਦੇ ਨੂੰ ਤੁਸੀਂ ਕਦੀ ਛੋਇਆ ਹੀ ਨਹੀਂ, ਜਿਹੜਾ ਮੁੱਦਾ ਤੁਹਾਡੇ ਏਜੰਡੇ 'ਚ ਨਹੀਂ ਰਿਹਾ। ਔਰ ਦੂਸਰੀ ਗੱਲ ਜਿਹੜੀ ਤੁਸੀਂ ਗੱਲ ਕਹੀ ਪ੍ਰੈਸ ਕਾਨਫਰੰਸ ਦੀ, ਇਸ ਵਾਰ 6 ਜੂਨ ਵਾਲੇ ਦਿਨ ਤੇ ਮੈਂ ਵਿਸ਼ੇਸ਼ ਤੌਰ ਤੇ ਸਵਾਲ ਕਰਨਾ ਚਾਹੁੰਦਾ ਕਿ ਜਦੋਂ ਸ਼੍ਰੋਮਣੀ ਕਮੇਟੀ ਨੇ ਫੈਸਲਾ ਲੈ ਲਿਆ ਸੀ ਕਿ ਅਸੀਂ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਮੀਡੀਆ ਨੂੰ ਨਹੀਂ ਜਾਣ ਦੇਣਾ ਜੀ, ਕਿਉਂਕਿ ਜਦੋਂ ਮੀਡੀਆ ਜਾਂਦਾ ਤੇ ਜਿਹੜੀਆਂ ਪੰਥਕ ਜਥੇਬੰਦੀਆਂ ਆਉਂਦੀਆਂ ਨੇ ਜਾਂ ਜਿਹੜੀਆਂ ਗੈਰ ਬਾਦਲੀ ਜਥੇਬੰਦੀਆਂ ਆਉਂਦੀਆਂ ਨੇ ਉਹ ਕੋਈ ਨਾ ਕੋਈ ਐਸਾ ਨਾਰਾ ਲਾਉਂਦੀਆਂ ਨੇ, ਕੋਈ ਵਿਵਾਦ ਖੜਾ ਕਰਦੀਆਂ ਨੇ ਕਿ ਦਰਬਾਰ ਸਾਹਿਬ ਕੰਪਲੈਕਸ ਦੀ ਬਦਨਾਮੀ ਹੁੰਦੀ ਹੈ, ਕੌਮ ਦੀ ਬਦਨਾਮੀ ਹੁੰਦੀ। ਜਦੋਂ ਤੁਸੀਂ ਇਹ ਫੈਸਲਾ ਲੈ ਲਿਆ ਸੀ ਕਿ ਅਸੀਂ ਮੀਡੀਆ ਨੂੰ ਅੰਦਰ ਨਹੀਂ ਆਉਣ ਦੇਣਾ
ਔਰ ਜਦੋਂ ਤੁਸੀਂ ਬਤੌਰ ਜਥੇਦਾਰ ਜੀ ਕੌਮ ਦੇ ਜਥੇਦਾਰ ਆਪਣਾ ਆਦੇਸ਼ ਆਪਣਾ ਸੰਦੇਸ਼ ਪੜ੍ਹ ਕੇ ਸੁਣਾ ਦਿੱਤਾ ਸੀ ਅਕਾਲ ਤਖਤ ਸਾਹਿਬ ਦੀ ਵਸੀਲ ਤੋਂ, ਤੇ ਫਿਰ ਮੀਡੀਆ ਦੇ ਸਵਾਲਾਂ ਦਾ ਜਵਾਬ ਦੇਣਾ ਕੋਈ ਜ਼ਰੂਰੀ ਨਹੀਂ ਸੀ ਸਮਝਿਆ ਜਾਣਾ ਚਾਹੀਦਾ। ਇਹ ਵਾਜਬ ਸਵਾਲ ਜਿਹੜੇ ਕਰਨੇ ਬਣਦੇ ਆ ਕਿ ਆਖਰ ਹਸਤੀਆਂ ਦੀ ਬੁਲੰਦੀ ਤੇ ਜਿਹੜੀਆਂ ਸੰਸਥਾਵਾਂ ਦੀ ਮਰਿਆਦਾ, ਇਹਨਾਂ ਦੋਨਾਂ ਨੂੰ ਕੌਣ ਸਦਾ ਸ਼ੱਕ ਦੇ ਘੇਰੇ ਚ ਲਿਆਉਂਦਾ। ਬਿਲਕੁਲ। ਆਖਰ ਕੀ ਐਡੀ ਜ਼ਰੂਰਤ ਹੈ ਜਦੋਂ ਸਾਡੇ ਕੋਲ ਸਾਰਾ ਤੰਤਰ ਇਸ ਤਰ੍ਹਾਂ ਦਾ, ਤੇ ਤੁਸੀਂ ਆਪ ਚਿਹਰਿਆਂ ਨਾਲ ਅੱਗੇ ਕਿਉਂ ਆਉਂਦੇ ਹੋ? ਬਿਲਕੁਲ। ਤੁਸੀਂ ਜਿਸ ਵੀ ਪੰਥਕ ਮੰਚ ਤੋਂ ਬੋਲੋਗੇ ਜਾਂ ਜਿੱਥੇ ਵੀ ਪ੍ਰਚਾਰ ਲਈ ਜਾਓਗੇ, ਉਹੀ ਤੁਹਾਡੀ ਸਟੇਟਮੈਂਟ ਹੁੰਦੀ ਹੈ। ਹੁਣ ਤੁਸੀਂ, ਮੈਂ ਤਾਂ ਕਹਿਣਾ ਹੈ ਕਿ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਬਹੁਤ ਸਿਆਣਾ ਬੰਦਾ ਜੀ। ਉਹਨੇ ਕਦੇ ਵੀ ਜਦੋਂ ਦੇ ਬਣਦੇ ਆ, ਹਾਲਾਂਕਿ ਇਹ ਵਾਈਟ ਹਾਊਸ ਦੀ ਵੀ ਇੱਕ ਆਪਣੀ ਪ੍ਰਕਿਰਿਆ ਹੈ, ਬਿਲਕੁਲ ਉਹਨਾਂ ਦੀ ਰਵਾਇਤ ਆ, ਕੋਵਿਡ ਦੇ 19 ਦੇ ਸਾਰੇ ਦਿਨਾਂ ਦੇ ਵਿੱਚ ਉਹਨਾਂ ਦਾ ਰਾਸ਼ਟਰਪਤੀ ਸਾਹਮਣੇ ਆ ਕੇ ਐਡਰੈਸ ਕਰਦਾ ਰਿਹਾ। ਬਿਲਕੁਲ। ਲੇਕਿਨ ਉਹ ਸਮਾਜ ਬੜੇ ਵਿਕਸਿਤ ਹੋ ਗਏ, ਉੱਥੇ ਅਰਥਾਂ ਦੇ ਅਨਰਥ ਕੱਢੀ ਜਾਣ, ਕਿਸੇ ਨੂੰ ਫਰਕ ਨਹੀਂ ਪੈਂਦਾ। ਲੇਕਿਨ ਸਾਡੇ ਇੱਥੇ ਇਹ ਰਵਾਇਤ ਨਰਿੰਦਰ ਮੋਦੀ ਤੋੜ ਦਿੰਦੇ, ਕਿਉਂਕਿ ਇੱਥੋਂ ਹੀ ਕੰਟਰੋਵਰਸੀ ਨਿਕਲਦੀ ਹੈ, ਕਿਸੇ ਦੇ ਸਵਾਲ ਦਾ ਜਵਾਬ ਦੇਣਾ ਕਿ ਨਹੀਂ ਦੇਣਾ। ਮੈਂ ਇਹ ਕਹਿਣਾ ਕਿ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਹੁੰਦਿਆਂ ਦੇਣਾ ਚਾਹੀਦਾ ਜਵਾਬ, ਉਹ ਜਵਾਬ ਦੇ ਆ। ਲੇਕਿਨ ਤਖਤ ਸਾਹਿਬ ਦੇ ਜਥੇਦਾਰ 50 100 ਸੈਂਕੜਿਆਂ ਦੀ ਗਿਣਤੀ 'ਚ ਪੱਤਰਕਾਰ ਆ, ਉਹਨਾਂ ਦੇ ਮੂਹਰੇ ਆਪਣੇ ਆਪ ਨੂੰ ਪੇਸ਼ ਨਹੀਂ ਕਰਨਾ ਚਾਹੀਦਾ। ਜਾਂ ਤੁਸੀਂ ਇੱਕ ਹੋਰ ਤਰੀਕਾ ਹੋ ਸਕਦਾ ਸੀਗਾ ਕਿ ਤੁਸੀਂ ਹਰੇਕ ਜਰਨਲਿਸਟ ਤੋਂ ਪਹਿਲਾਂ ਸਵਾਲ ਮੰਗਵਾ ਲਓ, ਤੁਸੀਂ ਸਵਾਲ ਮੰਗਵਾ ਲਓ, ਤੁਸੀਂ ਇਹ ਫੈਸਲਾ ਕਰ ਲਓ। ਦੇਖੋ, ਅਕਸਰ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਲਿਖ ਕੇ ਭਾਸ਼ਣ ਬੋਲਦੇ ਸੀ। ਬਿਲਕੁਲ ਸਹੀ ਗੱਲ ਆ। ਹਰ ਵੇਲੇ ਉਹਨਾਂ ਕੋਲ ਸ਼ਬਦਾਂ ਦੀ ਕਮੀ ਥੋੜੀ ਸੀ, ਲੇਕਿਨ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਸਾਡੀ ਕੁਰਸੀ, ਸਾਡਾ ਅਹੁਦਾ ਐਡਾ ਵੱਡਾ ਹੈ, ਇਥੋਂ ਇੱਕ ਲਫ਼ਜ਼ ਵੀ ਗਾਂਪਛਾਂ ਗਿਆ ਤੇ ਨੁਕਸਾਨ ਕਰਦਾ। ਸਹੀ ਗੱਲ ਹੈ। ਉਹਨਾਂ ਦੇ ਜਿਹੜੇ ਪੀਆਰਓ ਨੇ ਉਹ ਬਕਾਇਦਾ, ਤੁਸੀਂ ਮੁੱਖ ਮੰਤਰੀ ਦੀ ਪੀਸੀ ਦੇਖ ਲਓ ਜਿਹੜੀ ਉੱਥੇ ਸੈਕਟਰੀਏਟ 'ਚ ਹੁੰਦੀ ਹੈ, ਉੱਥੇ ਕੀ ਹੈ ਕਿ ਜਿਹੜੇ ਉਹਨਾਂ ਦੇ ਮੀਡੀਆ ਸਲਾਹਕਾਰ ਨੇ ਉਹ ਹਰ ਪੱਤਰਕਾਰ ਦੀ ਇੰਟਰੋਡਕਸ਼ਨ ਦਿੰਦੇ ਨੇ ਜੀ, ਫਿਰ ਕਹਿੰਦੇ ਨਹੀਂ ਹਾਂਜੀ ਹੁਣ ਸਵਾਲ ਪੁੱਛੋ ਜੀ। ਜਦੋਂ ਉਹ ਸਵਾਲ ਪੁੱਛ ਲੈਂਦਾ, ਉਹਦਾ ਜਵਾਬ ਦੇ ਦਿੱਤਾ ਜਾਂਦਾ, ਤੇ ਉਸ ਤੋਂ ਬਾਅਦ ਦੂਸਰੇ ਦੀ ਵਾਰੀ ਆਉਂਦੀ ਹੈ। ਹੁਣ ਅੱਜ ਇਹ ਗੱਲ ਬੜੀ ਵੱਡੀ ਹੈ ਕਿ ਕਿਸ ਪੱਤਰਕਾਰ ਨੇ ਸਵਾਲ ਪੁੱਛਿਆ, ਕਿਸ ਪੱਤਰਕਾਰ, ਦੂਜੇ ਪੱਤਰਕਾਰ ਨੇ ਉਸ ਤੋਂ ਔਖਾ ਸਵਾਲ ਪੁੱਛਿਆ, ਇਸੇ ਸੰਬੰਧ ਪੁੱਛ ਲਿਆ। ਠੀਕ ਹੈ ਜੀ। ਫਿਰ ਇਹ ਐਡੀ ਕੀ ਮਜਬੂਰੀ ਸੀ ਕਿ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰਕਾਰ ਦਾ ਚਿਹਰਾ ਦੇਖ ਕੇ ਉਹਦਾ ਜਵਾਬ ਹੀ ਦੇਣਾ ਸੀ। ਤੁਹਾਨੂੰ ਪਤਾ ਹੈ ਤੁਹਾਡੇ ਅਹੁਦੇ ਨਾਲ ਸਾਰੀਆਂ ਗੱਲਾਂ ਜੁੜੀਆਂ। ਕੀ ਅਸੀਂ ਕੀ ਉਹਨਾਂ ਅਹੁਦਿਆਂ ਤੇ ਪਹਿਲਾਂ ਇਹ ਫੈਸਲਾ ਕਰਕੇ ਆਏ ਆ ਕਿ ਅਸੀਂ ਇਸ ਵਿਚਾਰਧਾਰਾ ਦੇ ਨਾਲ ਖੜੇ ਹੋਣਾ। ਔਰ ਇੱਥੇ ਵੀ ਬਸ ਨਹੀਂ, ਇਹਦੇ ਤੋਂ ਇਲਾਵਾ ਇੱਕ ਜਿਹੜੀ ਇਸੇ ਸੰਦਰਭ ਦੇ ਵਿੱਚ ਜਿਹੜਾ ਬਿਆਨ ਜਥੇਦਾਰ ਸਾਹਿਬ ਦਾ ਇੰਡੀਅਨ ਐਕਸਪ੍ਰੈਸ 'ਚ ਸ਼ਬਦ ਹੈ ਜੀ, ਉਹਦੇ 'ਚ ਉਹਨਾਂ ਨੂੰ ਪੁੱਛਿਆ ਜਾਂਦਾ ਕਿ ਜਿਹੜਾ ਤੁਸੀਂ ਅੱਜ ਗੱਲ ਕੀਤੀ ਹੈ, ਇਹਦੇ ਨਾਲ ਇੱਕ ਨਵੀਂ ਕੰਟਰੋਵਰਸੀ ਸ਼ੁਰੂ ਹੋ ਗਈ ਹੈ ਜੀ। ਉੱਥੇ ਜਥੇਦਾਰ ਸਾਹਿਬ ਦਾ ਜਿਹੜਾ ਬਿਆਨ ਉਹ ਇਹ ਆ ਕਿ ਜੇ ਕੁਝ ਹੋਰ ਕੱਟੜਵਾਦੀ ਤਾਕਤਾਂ ਜਿਹੜੀਆਂ ਨੇ ਹਿੰਦੂ ਰਾਸ਼ਟਰ ਦੀ ਗੱਲ ਕਰਦੀਆਂ ਨੇ, ਲੀਡਰ ਗੱਲ ਕਰਦੇ ਨੇ, ਤੇ ਅਸੀਂ ਕਿਉਂ ਨਹੀਂ ਗੱਲ ਕਰ ਸਕਦੇ। ਉਹ ਅੰਗਰੇਜ਼ੀ ਦਾ ਜਿਹੜਾ ਹੈਗਾ ਬਕਾਇਦਾ ਬਿਆਨ ਹੈ ਇਹਨਾਂ ਦਾ। ਨਹੀਂ ਦੇਖੋ, ਕੁਐਸਚਨਰ ਬਣਿਆ ਹੋਇਆ। ਮੇਰਾ ਕਹਿਣ ਦਾ ਮਤਲਬ ਸਾਫ਼ ਹੈ ਕਿ ਜੇ ਜਥੇਦਾਰ ਸਾਹਿਬ ਇਹ ਗੱਲ ਕਹਿ ਰਹੇ ਆ ਜੀ, ਤੇ ਉਹਨਾਂ ਨੂੰ ਬਕਾਇਦਾ ਹੁਣ 3 ਦਿਨ ਹੋ ਗਏ। ਅੱਜ ਤੀਜਾ ਦਿਨ ਹੈ। ਬਿਲਕੁਲ। ਦੂਜਾ ਦਿਨ ਹੈ ਕਿ ਤੀਜਾ? ਤੀਜਾ ਹੋ ਗਿਆ। ਤੀਜਾ ਹੋ ਗਿਆ। ਜਥੇਦਾਰ ਸਾਹਿਬ ਨੂੰ ਫਿਰ ਇੱਕ ਖਾਸ ਤਰ੍ਹਾਂ ਦਾ ਸੰਦੇਸ਼ ਜਾਰੀ ਕਰ ਦੇਣਾ ਚਾਹੀਦਾ। ਉਹਨਾਂ ਨੂੰ ਆਪਣੇ ਕਹੇ ਹੋਏ ਨੂੰ ਸਪਸ਼ਟ ਕਰਨਾ ਚਾਹੀਦਾ ਕਿ ਜਾਂ ਤਾਂ ਉਹ ਕਹਿਣ ਕਿ ਮੈਂ ਇਹ ਕਿਹਾ ਹੈ ਤੇ ਮੇਰਾ ਇਹ ਮਕਸਦ ਹੈ, ਤੇ ਜਾਂ ਉਹ ਕਹਿਣ ਕਿ ਮੈਂ ਇਹ ਜੋ ਕਿਹਾ ਇਹਦਾ ਮਕਸਦ ਇਹ ਆ ਜੀ। ਬਿਲਕੁਲ। ਇਸ ਧੁੰਦਲਕੇ ਨੂੰ ਕਲੀਅਰ ਕਰ ਦੇਣ। ਦੇਖੋ, ਸਭ ਤੋਂ ਵੱਡੀ ਜਿਹੜੀ ਅਹਿਮ ਗੱਲ ਹੈ, ਜਿਹੜਾ ਰੁਤਬਾ ਆ, ਜਿਹੜਾ ਸ਼ਬਦ ਹੈ ਜਥੇਦਾਰ, ਜਥੇਦਾਰ ਦਾ ਮਤਲਬ ਹੈ ਅਗਵਾਈ ਕਰਨੀ, ਕੌਮ ਦੀ ਅਗਵਾਈ ਕਰਨੀ। ਅਗਰ ਤੁਸੀਂ ਗੱਲ ਕਰ ਰਹੇ ਹੋ ਤੇ ਇਹਦਾ ਮਤਲਬ ਕੀ ਤੁਸੀਂ ਉਸ ਮਸਲੇ ਦੇ ਉੱਤੇ ਕੌਮ ਦੀ ਅਗਵਾਈ ਪ੍ਰਵਾਨ ਕਰ ਰਹੇ ਹੋ। ਮੈਂ ਇਹੀ ਕਹਿ ਰਿਹਾ ਕਿ ਜਿਹੜਾ ਰੌਲਾ ਪੈ ਰਿਹਾ ਉਹਦੇ 'ਚ ਤਸਵੀਰ ਸਪਸ਼ਟ ਹੋ ਜੇ ਕਿ ਜੋ ਤੁਹਾਡੇ ਨਾਲ ਲੱਗ ਰਿਹਾ ਤੁਸੀਂ ਉੱਤੇ ਖੜੇ ਹੋ, ਬਿਲਕੁਲ ਉਹ ਤੁਹਾਡਾ ਹੈ, ਜਾਂ ਉਹ ਤੁਹਾਡੇ ਕੋਲੋਂ ਨਿਕਲ ਗਿਆ ਮੂੰਹ, ਬਿਲਕੁਲ, ਜਾਂ ਫਿਰ ਇਹ ਕਿਸੇ ਖਾਸ ਏਜੰਡੇ ਦੇ ਤਹਿਤ ਹੈ। ਜੇ ਕਿਸੇ ਰਾਜਨੀਤਿਕ ਪਾਰਟੀ ਦੇ ਏਜੰਡੇ ਨੂੰ ਜ਼ੁਬਾਨ ਤੁਹਾਡੀ ਮਿਲੀ ਹੈ ਤੇ ਮੇਰਾ ਖਿਆਲ ਫਿਰ ਵੀ ਸਪਸ਼ਟ ਹੋਣਾ ਬਣਦਾ। ਬਤੌਰ ਜਰਨਲਿਸਟ ਸਾਡੀ ਡਿਊਟੀ ਬਣਦੀ ਹੈ ਕਿ ਅਸੀਂ ਇਹ ਸਵਾਲ ਜ਼ਰੂਰ ਕਰੀਏ ਕਿ ਜੇਕਰ ਇਸ ਸਾਰੇ ਦ੍ਰਿਸ਼ ਦੇ ਵਿੱਚ ਕੁਝ ਪਰਦੇ ਪਿੱਛੇ ਆ, ਉਹ ਵੀ ਨੰਗਾ ਹੋ ਜੇ,
ਤੇ ਜੇਕਰ ਤੁਸੀਂ ਇਹਦੇ ਤੇ ਇਹਨੂੰ ਹੋਰ ਸਪਸ਼ਟ ਕਰਨਾ ਚਾਹੁੰਦੇ ਹੋ ਜੀ, ਜੇ ਤਾਂ ਤੁਹਾਨੂੰ ਲੱਗਦਾ ਕਿ ਮੈਂ ਜੋ ਕਿਹਾ ਠੀਕ ਹੈ, ਹੁਣ ਇਹਦੀ ਬਹਿਸ ਚਲਾਈ ਚੱਲੋ, ਫਿਰ ਤਾਂ ਗੱਲ ਅਲੱਗ ਆ। ਜੇ ਤੁਸੀਂ ਚਾਹੁੰਦੇ ਹੋ ਕਿ ਤੁਸੀਂ ਇਹਨੂੰ ਦਰੁਸਤ ਕਰਨਾ ਹੈ ਤਾਂ ਜ਼ਰੂਰ ਕਰੋ ਸਮਾਂ ਰਹਿੰਦਿਆਂ, ਤਾਂ ਕਿ ਲੋਕ ਆਪਸ ਵਿੱਚ ਉਲਝਣ ਨਾ। ਤੀਜੀ ਗੱਲ, ਪਹਿਲੀ ਗੱਲ, ਜਦੋਂ 2008 ਦੇ ਵਿੱਚ ਪਹਿਲੀ ਵਾਰ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਸਰਦਾਰ ਮਾਨ ਦਾ ਆ, ਉਹ ਜਦੋਂ ਇਹੋ ਹੀ ਨਾਅਰੇਬੰਦੀ ਕਰਦਾ ਜੀ ਤੇ ਉਹਨਾਂ ਦੇ ਖਿਲਾਫ ਬਕਾਇਦਾ ਪਰਚਾ ਦਰਜ ਕਰਾਇਆ ਜਾਂਦਾ 2005 ਚ ਜੀ। ਬੀਬੀ ਜਗੀਰ ਕੌਰ ਦਾ ਟਾਈਮ ਤੇ ਬਕਾਇਦਾ ਪਰਚਾ ਦਰਜ ਹੁੰਦਾ, ਉਹਨਾਂ ਦੇ ਕੇਸ ਚੱਲਦੇ ਨੇ। ਉਹਦੇ ਤੋਂ ਬਾਅਦ 2015 ਜਦੋਂ ਸਰਬੱਤ ਖਾਲਸਾ ਦੇ ਜਥੇਦਾਰ ਚੁਣੇ ਜਾਂਦੇ ਨੇ, ਜਦੋਂ ਉਸ ਵੇਲੇ ਧਿਆਨ ਸਿੰਘ ਮੰਡ 11 ਨਵੰਬਰ ਨੂੰ ਅਕਾਲ ਤਖਤ ਦੇ ਉੱਤੇ ਪੈਰਲਲ ਜਥੇਦਾਰ ਵਜੋਂ ਆਪਣਾ ਸੰਦੇਸ਼ ਪੜ੍ਹਨ ਆਉਂਦੇ ਨੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਔਰ ਉਸ ਵੇਲੇ ਉਹਨਾਂ ਨੂੰ ਬਕਾਇਦਾ ਉਹਨਾਂ ਦੇ ਕੇਸ 'ਚ ਅਜੇ ਵੀ ਚੱਲ ਰਿਹਾ ਸਾਰੇ ਜਥੇਦਾਰਾਂ ਤੇ ਜੀ। ਹੁਣ ਇੱਕੋ ਹੀ ਨਾਅਰਾ ਆ ਜਿਹਦੇ ਉੱਤੇ ਇੱਕ ਧਿਰ ਦੇ ਖਿਲਾਫ ਕੇਸ ਚੱਲ ਰਿਹਾ, ਤੁਸੀਂ ਉਸ ਧਿਰ ਨੂੰ ਬਾਰ-ਬਾਰ ਇਸ ਕੰਪਲੈਕਸ ਤੋਂ, ਇਸ ਜਿਹੜੀ ਤੁਹਾਡੀ ਸਮਾਗਮ ਹੈ ਉਹ ਤੋਂ ਦੂਰ ਕਰਨਾ ਚਾਹੁੰਦੇ ਹੋ, ਕਿ ਇਹ ਕਹਿ ਰਹੇ ਹੋ ਬਾਰ-ਬਾਰ ਕਿ ਇਹ ਜੀ ਸਾਨੂੰ ਖਰਾਬ ਕਰਦੇ ਨੇ, ਸਾਡਾ ਮਾਹੌਲ ਖਰਾਬ ਕਰਦੇ ਨੇ। ਲੇਕਿਨ ਇਸ ਵਾਰ ਤੁਸੀਂ ਉਹਨਾਂ ਧਿਰਾਂ ਨੂੰ ਇੱਕ ਵਾਰੀ ਤੇ ਕਹਿੰਦੇ ਹੋ ਕਿ ਅਸੀਂ ਕਿਸੇ ਨੂੰ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੀ ਨਹੀਂ ਹੋਣ ਦੇਣਾ, ਸਿਹਤ ਵਿਭਾਗ ਦੀਆਂ ਹਦਾਇਤਾਂ ਨੇ, ਸਰਕਾਰ ਦੀਆਂ ਹਦਾਇਤਾਂ ਨੇ, ਫਿਰ ਤੁਸੀਂ ਉਹਨਾਂ ਨੂੰ ਗਿਣਤੀ ਦੇ ਲੋਕਾਂ ਨੂੰ ਫਿਰ ਅੰਦਰ ਲਿਆਉਂਦੇ ਹੋ, ਅੰਦਰ ਲਿਆ ਕੇ ਫਿਰ ਉਹੀ ਮਾਹੌਲ ਬਣਦਾ ਔਰ ਉਸ ਮਾਹੌਲ 'ਚੋਂ ਜਦੋਂ ਸਵਾਲ ਹੁੰਦਾ ਤਾਂ ਤੁਸੀਂ ਇਹ ਜਵਾਬ ਦਿੰਦੇ ਹੋ। ਇੱਕ ਹੋਰ ਪਹਿਲੂ ਆ ਕਿ ਅੱਜ ਸਰਦਾਰ ਸਾਹਿਬ ਜਿਹੜੀ ਸਿੱਖ ਕੌਮ ਆ ਜੀ, ਖਾਸ ਤੌਰ ਤੇ ਜੇ ਪੰਜਾਬੀਆਂ ਨੂੰ ਮੈਂ ਥੋੜਾ ਜਿਹਾ ਹੋਰ ਸਪੈਸੀਫਾਈ ਕਰਦਿਆਂ, ਸਿੱਖ ਇਹ ਇੱਕ ਗਲੋਬਲ ਆਪਣੇ ਆਪ ਨੂੰ ਕੌਮ ਕਹਿਣ ਲੱਗੇ। ਬਿਲਕੁਲ, ਵੀ ਅਸੀਂ ਹਰ ਖਿੱਤੇ 'ਚ ਹੈ ਔਰ ਅਸੀਂ ਦੁਨੀਆ ਭਰ 'ਚ ਫੈਲੇ ਹੋਏ ਹਾਂ, ਪੰਜਾਬੀਆਂ ਬਾਰੇ ਆਮ ਕਿਹਾ ਜਾਂਦਾ। ਇਹ ਹੁਣ ਇਹ ਵੀ ਸਪਸ਼ਟ ਕਰਨਾ ਬਣਦਾ ਕਿ ਜਿਸ ਖਿੱਤੇ ਲਈ ਤੁਸੀਂ ਕੋਈ ਇਹੋ ਜਿਹੀ ਮੰਗ ਕਰਦੇ ਹੋ, ਹਾਂ, ਉਹਦੇ ਵਿੱਚ ਤਾਂ ਤੁਸੀਂ ਆਪ ਹੀ ਨਹੀਂ ਰਹਿਣਾ ਚਾਹੁੰਦੇ। ਬਿਲਕੁਲ, ਬਹੁਤ ਗਿਣਤੀ ਲੋਕ ਜਿਹੜੇ ਸਭ ਤੋਂ ਵਿਕਸਿਤ ਸਿਸਟਮ ਹੈ ਉਹਦੇ ਵਿੱਚ ਜਾ ਕੇ ਵਸਣਾ ਚਾਹੁੰਦੇ। ਬਿਲਕੁਲ, ਲੇਕਿਨ ਤੁਸੀਂ ਜਦੋਂ ਇਸ ਤਰ੍ਹਾਂ ਦੀਆਂ ਗੱਲਾਂ ਕਰੋਗੇ ਬਿਨਾਂ ਨੀਤੀ ਤੋਂ, ਅਜੇ ਤੱਕ ਤੇ ਅਸੀਂ ਢੰਗ ਦੀ ਸਰਕਾਰ ਨਹੀਂ ਬਣਾ ਸਕੇ, ਅਜੇ ਤੇ ਪੰਜਾਬ 'ਚ ਅਸੀਂ ਢੰਗ ਦੀ ਸਰਕਾਰ ਤੱਕ ਨਹੀਂ ਕੋਈ ਬਣਾ ਸਕੇ। ਇਸ ਜਿਹੜੇ ਮਿਲੇ ਹਥਿਆਰ ਆ, ਜਿਹੜੇ ਸਾਡੇ ਸੰਵਿਧਾਨਕ ਰਾਈਟਸ ਹੈ, ਅਸੀਂ ਲੋਕਾਂ ਨੂੰ ਅਵੇਅਰ ਨਹੀਂ ਕਰ ਸਕੇ। ਭਾਈ ਠੀਕ ਬੰਦੇ ਨੂੰ ਵੋਟ ਪਾਓ, ਠੀਕ ਗਵਰਨਮੈਂਟ ਚੁਣ ਲਓ। ਤੁਸੀਂ ਇਸ ਤੋਂ ਅੱਗੇ ਜਾਂਦੇ ਹੋ ਬਿਨਾਂ ਵਿਜ਼ਨ ਕੁਝ ਵੀ ਕੀਤਿਆਂ। ਬੀਤੇ ਵਿੱਚ ਬਹੁਤ ਨੁਕਸਾਨ ਹੋਇਆ, ਬਹੁਤ ਸਾਰੇ ਨੁਕਸਾਨ ਹੋਇਆ। ਉਹੀ ਨੁਕਸਾਨ ਵਾਲੇ ਦਿਨ ਚੋਂ ਹੀ ਅਸੀਂ ਆਏ ਆ। 6 ਤਰੀਕ ਵਾਲੇ ਦਿਨ ਉਹੀ ਰੋਣੇ ਰੋ ਰਹੇ ਆ ਕਿ ਉਦੋਂ ਸਾਡੀ ਵਿਜ਼ਨ ਰਹਿਤ ਲੀਡਰਸ਼ਿਪ ਦੀਆਂ ਗਲਤੀਆਂ ਕਰਕੇ ਸਾਨੂੰ ਹਜ਼ਾਰਾਂ ਸਿਰ ਦੇਣੇ ਪੈ ਗਏ। ਸੋ ਸਰਦਾਰ ਸਾਹਿਬ, ਅਸੀਂ ਜੇ ਥੋੜਾ ਅੱਗੇ ਚੱਲੀਏ ਹੁਣ ਇਸ ਮੁੱਦੇ ਤੋਂ, ਜੇ ਕੋਈ ਗੱਲ ਕਹਿਣਾ ਚਾਹ। ਹਾਂ, ਇਸ ਮੁੱਦੇ ਤੇ ਸਿਰਫ ਇੱਕ ਗੱਲ ਕਰਨੀ ਹੈ ਕਿ ਜਦੋਂ ਤੁਸੀਂ ਸੰਵਿਧਾਨ ਦੀ ਧਾਰਾ 25(b) ਜਿਹਦੇ ਖਿਲਾਫ ਤੁਸੀਂ ਆਵਾਜ਼ ਬੁਲੰਦ ਕਰਦੇ ਹੋ ਫਰਵਰੀ 1984 ਦੇ ਵਿੱਚ, 27 ਫਰਵਰੀ ਜੀ, ਉਸ ਵੇਲੇ ਤੁਸੀਂ ਕਹਿੰਦੇ ਹੋ ਕਿ ਸੰਵਿਧਾਨ ਦੀ ਇਹ ਧਾਰਾ ਜਿਹੜੀ ਆ ਸਾਨੂੰ ਵੱਖਰੀ ਕੌਮ ਨਹੀਂ ਮੰਨਦੀ ਜੀ, ਸਾਨੂੰ ਬਕਾਇਦਾ ਇਸ ਜਿਹੜੀ ਸੰਵਿਧਾਨ ਦੇ ਵਿੱਚ, ਇਸ ਦੇਸ਼ ਦੇ ਵਿੱਚ ਜਿਹੜੀ ਬਹੁਮਤ ਹੈ, ਜਿਹੜਾ ਹਿੰਦੂ ਧਰਮ ਆ, ਉਹਦਾ ਹਿੱਸਾ ਮੰਨਿਆ ਜਾਂਦਾ ਹੈ ਜੀ। ਅਸੀਂ ਇਹ ਸਵੀਕਾਰ ਨਹੀਂ ਕਰਦੇ, ਸਾਨੂੰ ਵੱਖਰਾ ਮੰਨਿਆ ਜਾਵੇ ਜੀ। ਔਰ ਉਸ ਵੇਲੇ ਮੋਰਚਾ ਵੀ ਲੱਗਦਾ। ਬਾਦਲ ਸਾਹਿਬ ਉਹ ਸਾੜ ਵੀ ਆਉਂਦੇ, ਬਾਦਲ ਸਾਹਿਬ ਬਕਾਇਦਾ ਉਹਦਾ ਸੰਵਿਧਾਨ ਦੀ ਉਹ ਕਾਪੀ ਸਾੜਨ ਜਾਂਦੇ ਨੇ, ਧਾਰਾ ਦੀ 25(b) ਦੀ। ਔਰ ਤੋਂ ਬਾਅਦ ਹੁਣ 36 ਸਾਲ ਬਾਅਦ ਉਹ ਤੇ ਤੁਹਾਡਾ ਮਸਲਾ ਅਜੇ ਤੱਕ ਹੱਲ ਹੋਇਆ ਹੀ ਨਹੀਂ ਹੈ। ਤੁਸੀਂ ਸੰਵਿਧਾਨ ਦੇ ਵਿੱਚ, ਤੁਸੀਂ ਕੇਂਦਰ ਦੇ ਵਿੱਚ ਵੀ ਇਸ ਵੇਲੇ ਅਜੇ ਵੀ ਹੈ, ਉਹ ਧਿਰੋ ਕੇਂਦਰ 'ਚ ਤੁਹਾਡਾ ਭਾਈਵਾਲੀ ਹੈ। ਤੁਸੀਂ ਉਸ ਸੰਵਿਧਾਨ ਦੀ ਧਾਰਾ ਨੂੰ ਅਜੇ ਤੱਕ ਆਪਣੇ ਅਨੁਕੂਲ ਨਹੀਂ ਕਰਾ ਸਕੇ ਜੀ। ਲੇਕਿਨ ਤੁਸੀਂ ਇੱਕ ਨਵਾਂ ਜਿਹੜਾ ਸਵਾਲ ਆ ਹੁਣ ਖੜਾ ਕਰ ਰਹੇ ਹੋ। ਇਹ ਬੜਾ ਅਹਿਮ ਸਵਾਲ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਚਾਹੀਦਾ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨਾਲ ਇਕੱਠਿਆਂ ਉਹ ਅਕਾਲੀ ਦਲ ਜਿਹੜੀ ਭਾਈਵਾਲਾ ਬੀਜੇਪੀ ਦੀ ਜੀ, ਉਹਦੇ ਨਾਲ ਮੁਲਾਕਾਤ ਪਾਉਣ। ਔਰ ਅੱਜ ਤਾਂ ਪ੍ਰਧਾਨ ਸਾਹਿਬ ਸ਼੍ਰੋਮਣੀ ਕਮੇਟੀ ਸੁੱਖ ਨਾਲ ਕੋਰ ਕਮੇਟੀ 'ਚ ਵੀ ਨੰਬਰ 1 ਤੇ ਆ ਗਏ। ਹਾਂ, ਕੋਰ ਕਮੇਟੀ 'ਚ ਨੰਬਰ 1 ਤੇ ਬਿਲਕੁਲ। ਸੋ ਬਣਦਾ ਇਹ ਆ ਕਿ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਕਹਿੰਦੀ ਹੈ ਕਿ ਇੱਕ ਉਂਗਲ ਨਾਲ ਇੱਕ ਚਿੱਠੀ ਲਿਖ ਕੇ ਅਸੀਂ ਐਕਸਪ੍ਰੈਸ ਵੇ ਬਣਾ ਲੈਨੇ ਆ, ਅਸੀਂ ਇੱਕ ਚਿੱਠੀ ਨਾਲ ਜੋ ਚਾਹੀਏ ਕਰਾ ਲੈਨੇ। ਬਿਲਕੁਲ। ਪਹਿਲਾਂ ਤੇ 1000 ਕਰੋੜ ਦਾ ਕੇਸ ਜਿਹੜਾ ਜਿੱਤਿਆ ਤੁਸੀਂ ਉੱਥੇ ਪਿਆ ਜੀ, ਦੇਸ਼ ਦੇ ਗ੍ਰਹਿ ਮੰਤਰਾਲੇ ਨਾਲ ਰਲ ਕੇ ਉਹਦਾ ਫੈਸਲਾ ਹੋਣਾ। ਸ਼੍ਰੋਮਣੀ ਰੈਫਰੈਂਸ ਲਾਇਬ੍ਰੇਰੀ ਦਾ ਕੇਸ ਤੁਹਾਡਾ ਉੱਥੇ ਪਿਆ। ਉਹ ਜਿਹੜਾ ਪਹਿਲਾਂ ਤੇ 1000 ਕਰੋੜ ਦੇ ਹਰਜਾਨੇ ਵਾਲਾ ਜਿਹੜਾ ਮਸਲਾ ਹੈ, ਤੁਹਾਡੀਆਂ ਸਾਰੀਆਂ ਆਪਣੀਆਂ ਹੀ ਧਿਰਾਂ ਨੇ ਤੇ ਤੁਹਾਡੇ ਜਿਹੜੇ ਇਹ ਅਕਾਲੀ ਦਲ ਵਾਲੇ ਆ ਬਾਦਲ ਕੇ, ਉਹਨਾਂ ਦੀ ਤਾਕਤ ਵੀ ਬੜੀ ਆ। ਪਹਿਲਾਂ ਕੌਮ ਨੂੰ ਉਹ ਨੁਕਸਾਨ ਦੀ ਜਿਹੜੀ ਜਿੰਨੀ ਵੀ ਪੂਰਤੀ ਹੁੰਦੀ ਉਹ ਕਰਾ ਲਓ।
ਜਿਹੜੇ ਕੁਝ ਰਿਸਰਚ ਵਰਕ ਹੈ ਬਾਕੀ ਹੈ ਉਹਨਾਂ ਲਈ ਪੈਸੇ ਬੜੇ ਚਾਹੀਦੇ ਹੁੰਦੇ ਆ। ਚਲੋ ਕੌਮ ਕੋਲ ਵੀ ਬੜੇ ਪੈਸੇ ਆ, ਪਰ ਜੇ ਮਿਲਦੇ ਹੋਣ ਨੁਕਸਾਨ ਤਾਂ ਹੋਇਆ। ਸੋ ਇਹ ਜਥੇਦਾਰ ਸਾਹਿਬ ਜੇ ਤਰੱਦਦ ਕਰਨ ਤੇ ਆਪਣੀ ਸਥਿਤੀ ਉਂਝ ਵੀ ਸਪਸ਼ਟ ਕਰਨ, ਚੰਗਾ ਹੋਊਗਾ, ਕਿਉਂਕਿ ਸਿੱਖ ਕੌਮ ਦਾ ਰਹਿਬਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਉਹ ਸ਼ੰਕਿਆਂ ਦੇ ਘੇਰੇ ਚ ਆਵੇ, ਚੰਗਾ ਨਹੀਂ ਲੱਗਦਾ। ਅਗਲਾ ਸਵਾਲ, ਹੁਣ ਸਰਦਾਰ ਸਾਹਿਬ ਅਕਾਲੀ ਦਲ ਵਾਲੇ ਅਸੀਂ ਤਾਂ ਕਹਿੰਦੇ ਰਹੇ ਵੀ ਇਹ ਕਿਹੜੀ ਕੋਰ ਕਮੇਟੀ ਜਿਹੜੀ ਫੈਸਲੇ ਲਈ ਜਾਂਦੀ ਆ, ਢੀਂਡਸਾ ਵੀ ਕੱਢ ਦਿਓ, ਬੇਟਾ ਵੀ ਕੱਢ ਦਿਓ। ਉਹ ਕੋਰ ਕਮੇਟੀ ਆ ਗਈ ਤੁਹਾਡੇ ਸਾਹਮਣੇ, ਅੱਜ ਡੇਟ ਜਦ ਜਾਗੇ ਤभी ਸਵੇਰਾ 8 ਜੂਨ 2020, ਜਦੋਂ ਜਾਗੇ ਤਦੋਂ ਹੀ ਸਵੇਰਾ। ਤੇ ਸਰਦਾਰ ਜੀ ਜਦੋਂ ਅਕਾਲੀ ਦਲ ਦੇ ਸੰਵਿਧਾਨ ਜਿਹੜੀ ਸਥਾਪਨਾ ਦਿਵਸ ਸੀ ਦਸੰਬਰ ਦਾ ਲੰਘਿਆ ਜਿਹੜਾ, ਜਿਹਦੇ ਵਿੱਚ 2-3 ਫੰਕਸ਼ਨ ਹੋਏ, ਉਸ ਤੋਂ ਬਾਅਦ ਰੈਲੀਆਂ ਹੋ ਗਈਆਂ, ਸੰਗਰੂਰ 2 ਰੈਲੀਆਂ ਵੱਡੀਆਂ ਹੋ ਗਈਆਂ, ਹਜ਼ਾਰਾਂ ਦੀ ਗਿਣਤੀ ਵਾਲੀਆਂ ਰੈਲੀਆਂ ਸੀ। ਉਸ ਤੋਂ ਬਾਅਦ ਕੋਰ ਕਮੇਟੀ ਜੁੜਦੀ ਰਹੀ, ਵਾਰ-ਵਾਰ ਫੈਸਲੇ ਹੁੰਦੇ ਰਹੇ, ਬੰਦੇ ਕੱਢ ਦਿੱਤੇ ਜਾਂਦੇ ਰਹੇ। ਉਹ ਕਿਹੜੀ ਕੋਰ ਕਮੇਟੀ ਸੀ? ਸਵਾਲ ਤੇ ਇਹੋ ਹੀ ਆ ਕਿ ਜਦੋਂ ਲੋਕ ਇਹ ਕਹਿੰਦੇ ਨੇ, ਆਖਰਕਾਰ ਜਿੰਨੇ ਵੀ ਇਸ ਦਲ ਚੋਂ ਬਾਹਰ ਆ ਕੇ ਬੈਠੇ ਨੇ, ਚਾਹੇ ਸੁਖਦੇਵ ਸਿੰਘ ਢੀਂਡਸਾ ਨੇ ਜੀ, ਚਾਹੇ ਤੁਹਾਡੇ ਜਿਹੜੇ ਅਜਨਾਲਾ ਸਾਹਿਬ ਨੇ, ਚਾਹੇ ਤੁਹਾਡੇ ਬ੍ਰਹਮਪੁਰਾ, ਚਾਹੇ ਸੇਖਵਾ, ਆਖਰਕਾਰ ਉਹ ਦੋਸ਼ ਤੇ ਇਹੋ ਲਾਉਂਦੇ ਸੀ ਕਿ ਪਾਰਟੀ ਦੇ ਵਿੱਚ ਸਿਰਫ ਇੱਕ ਹੀ ਬੰਦੇ ਦਾ ਰਾਜ ਚੱਲਦਾ ਪਿਆ। ਜੀ, ਇਹੋ ਹੀ ਕਹਿੰਦੇ ਸੀ, ਪਰਿਵਾਰ ਦਾ ਰਾਜ ਹੈ, ਪਰਿਵਾਰ ਦਾ ਰਾਜ, ਇਹੋ ਹੀ ਕਹਿੰਦੇ ਰਹੇ। ਬਿਲਕੁਲ। ਉਦੋਂ ਕਿਹਾ ਜਾਂਦਾ ਸੀ ਕਿ ਨਹੀਂ, ਇਹ ਲੋਕ ਸਾਡੇ ਸਾਰੇ ਫੈਸਲਿਆਂ 'ਚ ਸ਼ਾਮਲ ਨੇ ਜੀ, ਇਹ ਹੁਣ ਬਾਹਰ ਝੂਠ ਬੋਲਦੇ ਨੇ, ਗੁੰਮਰਾਹ ਕਰ ਰਹੇ ਨੇ। ਲੇਕਿਨ ਸਾਡਾ ਸਵਾਲ ਫਿਰ ਉੱਥੇ ਹੀ ਆ ਕਿ ਜਦੋਂ 14 ਦਸੰਬਰ 2019 ਨੂੰ ਸਾਧ ਸੁਖਬੀਰ ਸਿੰਘ ਬਾਦਲ ਦੁਬਾਰਾ ਪ੍ਰਧਾਨ ਚੁਣੇ ਜਾਂਦੇ ਨੇ ਅੰਮ੍ਰਿਤਸਰ ਤੋਂ ਜੀ, ਤੇ ਉਸ ਤੋਂ ਬਾਅਦ ਕੋਰ ਕਮੇਟੀ ਦੇ ਫੈਸਲੇ ਹੁੰਦੇ, ਤੇ ਅਸੀਂ ਸਵਾਲ ਕੀਤਾ ਸੀਗਾ, ਆਪਣੇ ਦਰਸ਼ਕਾਂ ਦੇ ਸਾਹਮਣੇ ਰੱਖਿਆ ਸੀ ਕਿ ਜਦੋਂ ਕੋਰ ਕਮੇਟੀ ਦੀ ਬਣਤਰ ਹੀ ਸਾਹਮਣੇ ਨਹੀਂ ਆਈ ਤੇ ਫਿਰ ਫੈਸਲੇ ਕਾਹਦੇ ਆ? ਨਹੀਂ, ਉਹ ਤਾਂ ਬੜਾ ਸਿੱਧਾ ਸਪਸ਼ਟ ਸਵਾਲ ਸੀਗਾ ਕਿ ਢੀਂਡਸਿਆਂ ਨੂੰ ਕੱਢਣ ਵਾਲੀ ਕੋਰ ਕਮੇਟੀ ਬਣੀ ਕਦੋਂ? ਇਹਦਾ ਕਿਸੇ ਨੇ ਜਵਾਬ ਨਹੀਂ ਦਿੱਤਾ। ਰਾਦਰ ਇੱਕ ਜਗ੍ਹਾ ਜਿਹੜਾ ਕੋਈ ਮੈਂ ਦੇਖਿਆ ਕਿਸੇ ਚੈਨਲ ਤੇ ਸੁਣਿਆ ਸੀ ਡਾਕਟਰ ਦਲਜੀਤ ਸਿੰਘ ਚੀਮਾ ਨੂੰ, ਔਰ 1-2 ਵੱਡੇ ਲੀਡਰ ਜਿਹੜੇ ਸੀ ਉਹਨਾਂ ਨੇ ਵੀ ਇਹ ਆਫ ਦਾ ਰਿਕਾਰਡ ਮੇਰੇ ਨਾਲ ਗੱਲ ਕੀਤੀ ਸੀ, ਤੇ ਮੈਂ ਉਹ ਨਾਂ ਲਵਾਂ ਚੰਗਾ ਨਹੀਂ ਲੱਗਦਾ, ਲੇਕਿਨ ਉਹਨਾਂ ਦੇ ਵਿੱਚੋਂ ਵੀ ਇੱਕ ਵੱਡੇ ਪ੍ਰਧਾਨ ਰਹੇ ਨੇ ਵੱਡੀ ਸੰਸਥਾ ਦੇ, ਸਿੱਖ ਸੰਸਥਾ ਦੇ, ਔਰ ਦੂਜੇ ਕਈ ਵਾਰੀ ਮੈਂਬਰ ਪਾਰਲੀਮੈਂਟ ਰਹੇ ਆ, ਤੀਜੇ ਮਿਨਿਸਟਰ ਵੀ ਰਹੇ ਆ ਕਈ ਵਾਰੀ। ਉਹਨਾਂ ਨਾਲ ਮੇਰੀ ਗੱਲਬਾਤ ਹੋਈ ਤੇ ਉਹ ਕਹਿੰਦੇ ਜੀ ਨਹੀਂ, ਕਮੇਟੀ ਥੋੜਾ ਭੰਗ ਹੋਈ ਸੀ। ਉਹ ਤਾਂ ਦਲ ਭੰਗ ਹੋਇਆ ਸੀ, ਕੋਰ ਕਮੇਟੀ ਤਾਂ ਚੱਲਦੀ ਪਈ ਹੈ। ਤੇ ਜੇ ਕੋਰ ਕਮੇਟੀ ਭੰਗ ਨਹੀਂ ਸੀ ਹੋਈ ਤੇ ਆ ਦੂਜੀ ਉੱਤੇ ਬਣਾਤੀ ਹੋਰ ਕੋਈ ਗੱਲ। ਤੇ ਜਿਹੜਾ ਨਿਯਮ ਹੈ ਜਾਂ ਤੇ ਸੰਵਿਧਾਨ, ਜਿਹੜਾ ਪਾਰਟੀ ਦਾ ਸੰਵਿਧਾਨ ਆ, ਉਹਨੂੰ ਤੁਸੀਂ ਕਿੰਨੀ ਕੁ ਵਾਰ ਬਦਲਣ ਦਾ ਅਧਿਕਾਰ ਰੱਖਦੇ ਹੋ ਜੀ? ਆਖਰਕਾਰ ਪਾਰਟੀ ਦਾ ਜੇ ਤੁਸੀਂ ਸੰਵਿਧਾਨ ਵੀ ਬਦਲੋ ਤੇ ਤੁਹਾਨੂੰ ਜਨਰਲ ਅਜਲਾਸ ਸੱਦਣਾ ਪੈਂਦਾ। ਨਹੀਂ ਹੋ ਸਕਦਾ ਵੀ ਜਿਹੜਾ ਜਨਰਲ ਅਜਲਾਸ ਹੋਇਆ ਸੀ ਉਹ ਚ ਮੱਦ ਪਾ ਲਈ ਹੋਵੇ ਇੱਕ। ਫਿਰ ਠੀਕ ਹੈ, ਫਿਰ ਤਾਂ ਗੱਲ ਉਹੀ ਹੈ ਨਾ। ਗੱਲ ਆ ਕਿ ਮਤੇ ਤੇ ਮੁੜ ਕੇ ਘਰ ਬਹਿ ਕੇ ਵੀ ਪਾਏ ਜਾ ਸਕਦੇ ਆ। ਅੱਛਾ, ਰਜਿਸਟਰ ਐਵੇਂ ਮੇਨਟੇਨ ਹੁੰਦੇ ਆ। ਤੇ ਫਿਰ ਤੇ ਰੰਧਾਵਾ ਸਾਹਿਬ ਸਾਨੂੰ ਇਹ ਤੇ ਇਤਰਾਜ਼ ਨਹੀਂ ਹੋਣਾ ਚਾਹੀਦਾ। ਮੇਰੀ ਗੱਲ ਸੁਣ, ਆਪਾਂ ਇਤਰਾਜ਼, ਇਹ ਸਾਰੇ ਜੀ ਜਿਹੜੇ ਪਾਏ ਨੇ ਅੱਜ ਜੀ, ਇਹ ਜਿਹੜੇ 19 ਜੀ ਪਾਏ ਨੇ, ਤੁਹਾਨੂੰ ਇਹਦੇ ਚੋਂ ਕੋਰ ਕਮੇਟੀ 'ਚ ਕਿਹੜਾ ਬੰਦਾ ਨਵਾਂ ਲੱਗਦਾ? ਨਹੀਂ, ਸਾਰੇ ਉਹੀ ਨੇ। ਸਿਰਫ ਇੱਕ ਜਗਮੀਤ ਸਿੰਘ ਬਰਾੜ ਦੀ ਕਿਸਮਤ ਜਿਹੜੀ ਆ ਉਹ ਥੋੜੀ ਜਿਹੀ ਇਸ ਵਾਰੀ 2020 ਦੇ ਵਿੱਚ ਚਮਕਦੀ ਲੱਗਦੀ ਆ ਕਿ ਇਹ ਪਹਿਲਾਂ ਨਹੀਂ ਸੀ ਹੈਗੇ ਕਿਸੇ ਕੋਰ ਕਮੇਟੀ, ਐਤਕੀ ਪਾ ਲਏ ਨੇ। ਨਹੀਂ, ਦੇਖੋ ਗੱਲ ਇਹ ਆ, ਅਗਲੇ ਕੁਰਬਾਨੀ ਕਰਕੇ ਗਏ ਆ। ਮੇਰੀ ਪਿੱਛੇ ਸਰਦਾਰ ਜਗਮੀਤ ਸਿੰਘ ਬਰਾੜ ਜੀ ਨਾਲ ਗੱਲਬਾਤ ਹੋਈ ਤੇ ਮੈਂ ਉਹਨਾਂ ਨੂੰ ਪੁਰਾਣੇ ਦਿਨ ਯਾਦ ਕਰਾਏ ਤੇ ਉਹਨਾਂ ਨਾਲ ਗੱਲਬਾਤ ਹੋਈ ਕਿ ਤੁਸੀਂ ਪੰਜਾਬੀ ਕੌਮ ਨਾਲ ਸਾਡੇ ਚੈਨਲ ਤੋਂ ਗੱਲਬਾਤ ਕਰੋ ਜੀ। ਤੇ ਉਹਨਾਂ ਨੇ ਮੇਰੇ ਨਾਲ ਪ੍ਰੋਮਿਸ ਕੀਤਾ, ਬਾਅਦ ਸਾਡੇ ਕੋਲੋਂ ਇਸ ਤਰ੍ਹਾਂ ਦਾ ਸਬੱਬ ਨਹੀਂ ਬਣ ਸਕਿਆ। ਮੈਂ ਚਾਹੁੰਦਾ ਸੀਗਾ ਕਿ ਫੈਡਰੇਸ਼ਨ ਚੋਂ ਆਉਣ ਵਾਲੇ ਇਸ ਤਰ੍ਹਾਂ ਦੇ ਵੱਡੇ ਚਿਹਰੇ ਜਿਨ੍ਹਾਂ ਨੇ ਪਾਰਲੀਮੈਂਟ ਦੇ ਵਿੱਚ ਵੀ ਵਧੀਆ ਗੱਲਾਂ ਕੀਤੀਆਂ, ਪੰਜਾਬ ਦੇ ਲੋਕਾਂ ਦੀ ਆਵਾਜ਼ ਬਣੇ, ਔਰ ਫਿਰ ਵੱਖ-ਵੱਖ ਥਾਵਾਂ ਤੋਂ ਜਿਹੜੀ ਜਿੱਦਾਂ ਹੁਣ ਸੁਖਬੀਰ ਬਾਦਲ ਨੂੰ ਵੀ ਹਰਾਇਆ ਸੀ ਉਹਨਾਂ ਨੇ ਪਾਰਲੀਮੈਂਟ ਦੀ, ਔਰ ਜਗਮੀਤ ਬਰਾੜ ਨੂੰ ਤਗੜਾ ਲੀਡਰ ਮੰਨਿਆ ਜਾਣ ਲੱਗਿਆ। ਖੈਰ ਚਲੋ, ਇਸ ਮੰਚ ਤੋਂ ਇਹ ਜਿਹੜਾ ਉਹਨਾਂ ਜਿਹੜਾ ਦਲ ਹੈ, ਇਸ ਦਲ ਦੇ ਵਿੱਚ ਉਹਨਾਂ ਨੂੰ ਜੇ ਕੋਈ ਲੱਗਦਾ ਹੈ ਕਿ ਇੱਜ਼ਤ ਅਫਜ਼ਾਈ ਹੋ ਰਹੀ ਹੈ ਤੇ ਬੜੀ ਚੰਗੀ ਗੱਲ ਆ। ਦੂਜੀ ਬੇਨਤੀ ਜਿਹੜੀ ਹੈ ਕਿ ਮੈਨੂੰ ਇਹ ਸਮਝ ਨਹੀਂ ਆਈ ਕਿ ਜੇ ਹੁਣ ਅਸੀਂ ਦੇਖਦੇ ਹਾਂ ਇੰਨੀ ਸਰਗਰਮੀ ਬਿਲਕੁਲ ਰਾਉਂਡ 'ਚ ਘੇਰੇ ਦੇ ਵਿੱਚ ਹੀ, ਨਾਲ ਦੀ ਨਾਲ ਹੀ ਕੋਰ ਕਮੇਟੀ, ਨਾਲ ਦੀ ਨਾਲ ਯੂਥ ਦਲ, ਜਿਹੜਾ ਬਹੁਤੀ ਵਾਰੀ ਯੂਥ ਦਲ ਬਣਿਆ ਹੀ ਨਹੀਂ ਪਿਛਲੇ ਕਈ ਸਾਲਾਂ ਤੋਂ। ਬਿਲਕੁਲ, ਪ੍ਰਧਾਨ ਨਹੀਂ ਲਾਇਆ, ਕਦੇ 5 ਜ਼ੋਨ ਇੰਚਾਰਜ ਲਾ ਦੋ, ਕਦੇ ਕੁਝ ਲਾ ਦੋ, ਲੇਕਿਨ ਇਹ ਜਦੋਂ ਉਹ ਲਾਉਂਦੇ ਨੇ, ਇਸ ਤਰ੍ਹਾਂ ਪ੍ਰਧਾਨ ਲਾਉਂਦੇ ਨੇ ਤੇ ਇਹ ਬੜੀ ਅੱਛੀ ਗੱਲ ਆ। ਬੰਟੀ ਰਮਾਣਾ ਇੱਕ ਨੌਜਵਾਨ ਹੈ, ਲੇਕਿਨ ਉਹ ਨੌਜਵਾਨ ਵੀ ਇਸ ਪਰਿਵਾਰ ਦੇ ਨੇੜੇ ਹੈ, ਚੰਗੀ ਗੱਲ ਆ। ਇੱਕ ਵੱਡੀ ਸਰਗਰਮੀ ਦੀ ਆਹਟ ਮਿਲ ਰਹੀ ਹੈ
ਕਿ ਅਕਾਲੀ ਦਲ ਹੁਣ ਚਾਹੁੰਦਾ ਹੈ ਕਿ ਮੈਦਾਨ 'ਚ ਆ ਕੇ ਯੁੱਧ ਲੜਿਆ ਜਾਵੇ। ਲੇਕਿਨ ਇੱਕ ਹੋਰ ਬਹੁਤ ਵੱਡੀ ਖਬਰ 2 ਦਿਨ ਤੋਂ ਲਗਾਤਾਰ ਆ ਰਹੀ ਕਿ ਸਰਦਾਰ ਰਵਿੰਦਰ ਸਿੰਘ ਅਕਾਲੀ ਦਲ 1920 ਵਾਲੇ ਜੀ ਔਰ ਸੁਖਦੇਵ ਸਿੰਘ ਢੀਂਡਸਾ ਇੱਕ ਦੂਜੇ ਦੀ ਕੋਠੀ 'ਚ ਗੇੜੀਆਂ ਮਾਰ ਰਹੇ। ਬਿਲਕੁਲ ਠੀਕ ਹੈ। ਔਰ ਉੱਥੇ ਅਕਾਲੀ ਦਲ ਦੇ ਇੱਕ ਸਾਬਕਾ ਵੱਡੇ ਪ੍ਰਧਾਨ ਰਹੇ ਆ ਜੀ, ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਵੀ ਜੀਆਂ ਦਾ ਆਉਣਾ ਜਾਣਾ ਰਿਹਾ। ਠੀਕ ਹੈ ਜੀ। ਉੱਥੇ ਇਹ ਵੀ ਆ ਰਿਹਾ ਹੈ ਕਿ ਬੜੇ ਅਕਾਲੀ ਦਲ ਦੇ ਨਾਮਵਰ ਚਿਹਰੇ ਜੀ ਉਹ ਵੀ ਦੇਰ ਸਵੇਰ ਚ ਆ ਕੇ ਮੁਲਾਕਾਤਾਂ ਪਾ ਰਹੇ। ਗੱਲ ਤੇ ਫਿਰ ਸਿਰਫ ਇਹੋ ਹੀ ਹੈ ਨਾ ਕਿ ਉਡੀਕ ਜਿਹੜੀ ਅੜਚਨ ਸੀਗੀ ਜੀ, ਜਿਹੜੀ ਸਿਆਸੀ ਜਿਹੜੀਆਂ ਤੁਹਾਡੇ ਸਾਹਮਣੇ ਗਤੀਵਿਧੀਆਂ ਸੀ ਜੀ, ਉਹਦੇ ਚ ਅੜਚਨ ਸਿਰਫ ਇਹੋ ਹੀ ਸੀ ਆ ਜਿਹੜੀ ਤਾਲਾਬੰਦੀ, ਜੀ, ਜਿਹੜਾ ਕਰੋਨਾ। ਜੀ, ਔਰ ਹੁਣ ਜਦੋਂ ਖਤਮ ਹੋ ਗਿਆ ਤੇ ਸਿਆਸਤ ਤੇ ਮਗਣੀ ਹੈ। ਜੇ 2022 ਤੱਕ ਕਿਸੇ ਨੇ ਪੁੱਜਣਾ ਆ, ਜੀ, ਜੇ ਮੰਜ਼ਿਲ ਤੱਕ ਪੁੱਜਣਾ ਤੇ ਅਗਲਿਆਂ ਨੂੰ ਆਪਣੇ ਰਾਹ ਜਿਹੜੇ ਨੇ ਉਹ ਥੋੜੇ ਪੱਧਰੇ ਕਰਨੇ ਪੈਣੇ ਨੇ। ਮੈਂ ਬਾਰ-ਬਾਰ ਇਹ ਗੱਲ ਕਵਾਂ ਦੋਸਤੋ, ਇਹ ਗੱਲ ਬਹੁਤ ਅਹਿਮ ਆ ਕਿ ਅਗਲੇ ਦਿਨ ਤੁਸੀਂ ਲੋਕਡਾਊਨ ਚੋਂ ਨਿਕਲਣਾ, ਜਦੋਂ ਤੁਹਾਨੂੰ ਆਪਣੀ ਕਾਹਲ ਹੋਣੀ, ਕਾਰੋਬਾਰ ਸ਼ੁਰੂ ਕਰ ਲਈਏ, ਕੰਮ ਚਲਾਈਏ, ਬੜੇ ਦਿਨ ਛੁੱਟੀ ਹੋ ਗਈ, ਬੜੇ ਘਾਟੇ ਪੈ ਗਏ, ਚੀਜ਼ਾਂ ਲੀਹ ਤੇ ਲਿਆਉਣੀਆਂ ਪੈਣੀਆਂ, ਤੇ ਜਿਹੜੇ ਆਪਣੇ ਸਿਆਸਤਦਾਨ ਹੈ ਜੀ ਇਹਨਾਂ ਨੇ ਤੇ ਆਪਣੇ ਇਸ ਬਿਜ਼ਨਸ ਨੂੰ ਅੱਗੇ ਵਧਾਉਣਾ। ਗੱਲ ਤੇ ਫਿਰ ਉਹੀ ਆ ਕਿ ਸਿਆਸਤਦਾਨਾਂ ਨੂੰ ਵੀ ਫਿਕਰ ਪੈ ਗਿਆ ਕਿ ਅਸੀਂ ਵੀ ਆਪਣੀ ਦੁਕਾਨ ਜਿਹੜੀ ਆ ਥੋੜੀ ਜੀ ਖੋਲ ਕੇ ਲਾ ਲਈਏ, ਮੋਕਲੀ ਕਰ ਲਈਏ, ਥੋੜੀ ਜੀ ਚਾਲੂ ਕਰੀਏ। ਲੇਕਿਨ ਸਭ ਤੋਂ ਅਹਿਮ ਜਿਹੜਾ ਸਵਾਲ ਪੰਜਾਬ ਦੇ ਲੋਕਾਂ ਦੇ ਸਾਹਮਣੇ ਆ ਔਰ ਜਿਹੜਾ ਇਹਨਾਂ ਲੋਕਾਂ ਦੇ ਸਿਆਸਤਦਾਨਾਂ ਦੇ ਸਾਹਮਣੇ ਆ, ਜਿਹੜਾ ਇਸ ਵੇਲੇ ਕਹਿੰਦੇ ਨੇ ਜਿਹੜਾ ਨਾਗ ਵਾਲਾ ਪਾ ਕੇ ਬੈਠਾ ਹੋਇਆ ਜੀ, ਉਹ ਇਹ ਆ ਕਿ ਤੁਹਾਨੂੰ ਤੁਹਾਡੀਆਂ ਦੁਕਾਨਾਂ ਮੁਬਾਰਕ ਨੇ, ਲੇਕਿਨ ਜਿਹੜੇ ਲੋਕ ਇਸ ਵੇਲੇ ਆਰਥਿਕ ਤੌਰ ਤੇ ਜ਼ਮੀਨ ਤੇ ਆ ਚੁੱਕੇ ਨੇ, ਜਾਂ ਜਿਹੜਾ ਪੰਜਾਬ ਕਰਜ਼ਿਆਂ ਦੇ ਮਾਰ ਥੱਲੇ ਦੱਬਿਆ ਜਾ ਰਿਹਾ ਨਿਰੰਤਰ, ਉਹ ਕੋਈ ਉਹਨੂੰ ਵੀ ਖੋਲ ਕੇ ਦੇਖੋ ਵੀ ਉਹਦੀ ਦੁਕਾਨ ਕਿੱਦਾਂ ਚਲਾਉਣੀ ਹੈ ਚੰਗੀ ਤਰ੍ਹਾਂ। ਇਹ ਬਹੁਤ ਜ਼ਰੂਰੀ ਹੋਊਗਾ ਦੇਖਣਾ ਕਿ ਜਿਹੜਾ ਇੱਕ ਜਿਸ ਤਰ੍ਹਾਂ ਦਾ ਵਿਵਾਦ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਮੂੰਹੋਂ ਨਿਕਲੀ ਗੱਲ ਨਾਲ ਸ਼ੁਰੂ ਹੋਇਆ, ਨੈਸ਼ਨਲ ਮੀਡੀਆ ਦੇ ਵਿੱਚ ਵੀ ਆਉਣਾ ਸ਼ੁਰੂ ਹੋ ਗਿਆ। ਬੀਜੇਪੀ ਦੇ ਕੁਝ ਦਿੱਲੀ ਨਾਲ ਸੰਬੰਧਿਤ ਲੀਡਰ ਵੀ ਇੱਥੇ ਕਰ ਰਹੇ ਆ ਗੱਲ। ਆਮ ਆਦਮੀ ਪਾਰਟੀ ਬੜੀ ਅਗਰੈਸਿਵ ਹੋਈ ਫਿਰਦੀ ਹੈ ਔਰ ਰਾਦਰ ਉਹਨਾਂ ਤੇ ਇਲਜ਼ਾਮ ਲਾਇਆ ਕਿ ਅਕਾਲੀ ਦਲ ਸਥਿਤੀ ਸਪਸ਼ਟ ਕਰੇ। ਔਰ ਮੈਂ ਇੱਕ ਬਹਿਸ ਵਿੱਚ ਦੇਖਦਾ ਸੀ ਇਹਨਾਂ ਦੇ ਸਪੋਕਸਪਰਸਨ, ਉਹਨਾਂ ਨੂੰ ਵੀ ਜਵਾਬ ਦੇਣਾ ਔਖਾ ਹੋ ਰਿਹਾ ਸੀ। ਇਹ ਢੀਂਡਸਿਆਂ ਔਰ ਬਾਕੀ ਜਿੰਨੇ ਉਹਨਾਂ ਦੇ ਨਾਲ ਸ਼ਾਮਲ ਲੋਕ ਹੈ, ਉਹਨਾਂ ਦੀ ਸਰਗਰਮੀ ਵੀ ਇਸੇ ਦਿਸ਼ਾ ਨੂੰ ਆ, ਅਕਾਲੀ ਦਲ ਦੀ ਕੋਰ ਕਮੇਟੀ ਦਾ ਬਣਨਾ ਵੀ ਇਸੇ ਦਿਸ਼ਾ ਨੂੰ ਆ ਕਿ ਲੋਕਡਾਊਨ ਤੋਂ ਪਹਿਲਾਂ ਜਿਸ ਤਰ੍ਹਾਂ ਦੇ ਦਵੰਦ ਵਿੱਚ, ਜਿਸ ਤਰ੍ਹਾਂ ਦੀ ਫਾਈਟ ਦੇ ਵਿੱਚ ਇੱਕਦਮ ਸਾਰਾ ਸ਼ਾਂਤ ਹੋ ਗਿਆ ਸੀ। ਢੀਂਡਸੇ ਜਿਸ ਤਰੀਕੇ ਨਾਲ ਬੰਦੇ ਤੋੜ ਰਹੇ ਸੀ, ਸੁਖਬੀਰ ਜਿਸ ਤਰੀਕੇ ਨਾਲ ਢੀਂਡਸਿਆਂ ਨੂੰ ਡੈਮੇਜ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਉਹ ਸਾਰਾ ਘਟਨਾਕ੍ਰਮ ਫਿਰ ਉੱਥੋਂ ਹੀ ਸ਼ੁਰੂ ਹੋਊਗਾ ਜਿੱਥੇ ਛੱਡ ਕੇ ਤੁਸੀਂ ਘਰਾਂ 'ਚ ਵੜ ਗਏ ਸੀ। ਸੋ ਇਹ ਪੰਜਾਬ ਦੀ ਰਾਜਨੀਤੀ ਅਗਲੇ ਦਿਨਾਂ 'ਚ ਗਰਮਾ ਗਰਮ ਹੋਣ ਵਾਲੀ ਆ। ਕੈਪਟਨ ਅਮਰਿੰਦਰ ਸਿੰਘ ਵੀ ਇਹ ਕਹਿ ਕੇ ਆਪਣੀ ਗੱਲ ਕਰ ਚੁੱਕੇ ਆ ਕਿ ਪ੍ਰਸ਼ਾਂਤ ਕਿਸ਼ੋਰ ਸਾਡੇ ਨਾਲ ਹੀ ਆ, ਘਰ ਦਾ ਮੈਂਬਰ ਆ। 55 ਸਾਡੇ ਐਮਐਲਏ ਸਾਨੂੰ ਕਹਿ ਚੁੱਕੇ ਆ ਕਿ ਪ੍ਰਸ਼ਾਂਤ ਕਿਸ਼ੋਰ ਦੀਆਂ ਸੇਵਾਵਾਂ ਲਓ। ਕਹਿ ਚੁੱਕੀ ਕਿ ਅਸੀਂ 59 ਲੈਣੇ ਆ, ਸੀਟਾਂ ਲੈਣੀਆਂ। ਭਾਜਪਾ ਨੇ ਫਿਰ ਦੁਹਰਾਤਾ। ਭਾਜਪਾ ਕਹਿ ਚੁੱਕੀ ਆ, ਕੇਜਰੀਵਾਲ ਵੀ ਕਹਿ ਰਿਹਾ ਵੀ ਸਿੱਧੂ ਦਾ ਸਵਾਗਤ ਆ ਟਵੀਟ ਕਰਕੇ। ਉਹ ਵੀ ਪੰਜਾਬ ਤੇ ਨਿਗਾਹ ਲਾਈ ਬੈਠੇ ਨੇ। ਤੇ ਸਭ ਤੋਂ ਮੁਸ਼ਕਲ ਸਵਾਲ ਖੜਾ ਹੋ ਜਾਂਦਾ ਨਵਜੋਤ ਸਿੰਘ ਸਿੱਧੂ ਲਈ। ਉਹਨਾਂ ਨੂੰ ਆਫਰ ਇੰਨੀ ਆ ਜਾਂਦੀ ਹੈ, ਫੈਸਲਾ ਕਰਨ 'ਚ ਦੇਰੀ ਹੋ ਜਾਂਦੀ। ਮਤਲਬ ਮੁੱਲ ਜ਼ਿਆਦਾ ਪੈ ਗਿਆ, ਜਾਈਏ ਕਿੱਥੇ ਤੇ ਪਤਾ ਨਹੀਂ ਕਿਹਦੇ ਕੋ ਕਿੱਥੇ ਜਾਵਾਂ ਹੁਣ ਮੈਂ, ਜਾਨ ਕੱਲੀ ਰਹਿ ਗਈ ਹੁਣ। ਸੋ ਇਹ ਦੋਸਤੋ ਕਿੰਨੇ ਸਾਰੇ ਸਵਾਲ ਆ ਜਿਨ੍ਹਾਂ ਦਾ ਅੱਗੇ ਜਾ ਕੇ ਤੁਹਾਨੂੰ ਇੱਕ ਨਵੀਂ ਬਹਿਸ ਦੇ ਵਿੱਚ ਹੋਰ ਚੀਜ਼ਾਂ ਸਾਹਮਣੇ ਲਿਆਵਾਂਗੇ। ਇੱਕ ਦੋ ਬਹੁਤ ਪੁਖਤਾ ਹੋਣ ਵਾਲੀਆਂ ਖਬਰਾਂ ਨੇ ਜਿਹੜੀਆਂ ਸਾਨੂੰ ਅੱਜ ਸ਼ਾਮ ਤੱਕ ਜ਼ਰੂਰ ਮਿਲ ਜਾਣਗੀਆਂ ਕਿ ਕੁਛ ਇੱਕ ਅਕਾਲੀ ਦਲ ਦੇ ਲੀਡਰ ਅਕਾਲੀ ਦਲ ਦੇ ਜਿਹੜੇ ਇੱਕ ਅਜੀਬ ਤਰ੍ਹਾਂ ਦੀ ਸਰਗੋਸ਼ੀ 'ਚ ਹੈ, ਸ਼ਾਮਲ ਹੈ, ਔਰ ਜਿਹੜੇ ਕੋਰ ਕਮੇਟੀ ਦੇ ਵਿੱਚ ਸ਼ਾਮਲ ਹੋਣੋਂ ਇੱਕ ਦੋ ਰਹਿ ਗਏ, ਉਹ ਕਿਹੜੇ ਪਾਸੇ ਨੂੰ ਗੱਡੀ ਦੀ ਸਟੀਅਰਿੰਗ ਲੈ ਕੇ ਜਾ ਰਹੇ। ਨਾਰਾਜ਼ਗੀਆਂ ਫਿਰ ਜ਼ਾਹਰ ਹੋ ਜਾਣੀਆਂ ਨੇ। ਹੁਣ ਚੰਡੀਗੜ੍ਹ 'ਚ ਕੋਠੀਆਂ ਸਾਰਿਆਂ ਦੀਆਂ ਹੀ ਨੇ, ਤੇ ਕਿਹੜੇ ਸੈਕਟਰ ਦੇ ਵਿੱਚ ਸਰਗਰਮੀ ਵੱਧਦੀ ਹੈ ਤੁਸੀਂ ਵੀ ਦੇਖਿਓ, ਅਸੀਂ ਵੀ ਦੇਖਦੇ ਰਵਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ।